हाँ जी भी सत श्री अकाल सारिਆਂ ਨੂੰ। उम्मीद करती है ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਇੱਕ ਵਾਰੀ ਤੁਹਾਡਾ ਫੇਰ ਸਵਾਗਤ ਹੈ ਮੇਰੇ ਚੈਨਲ A to Z ਸੋਲੂਸ਼ਨਸ ਤੇ। ਸਭ ਤੋਂ ਪਹਿਲਾਂ ਤਾਂ ਤੁਹਾਡੇ ਕੋਲੋਂ ਮਾਫੀ ਚਾਹੁੰਦੀ ਹਾਂ ਕਿ ਜਿਹੜੀ ਹੁਣ ਮੇਰੀ ਕਲਾਸ 4 ਦੀ ਵੀਡੀਓ ਹੈ ਮੈਂ ਥੋੜੀ ਜਿਹੀ ਲੇਟ ਅਪਲੋਡ ਕੀਤੀ ਹੈ। ਉਹਦਾ ਐਕਚੁਅਲੀ ਰੀਜ਼ਨ ਇਹ ਸੀਗਾ ਕਿ ਅਸੀਂ A to Z ਸੋਲੂਸ਼ਨਸ ਦੇ ਵਿੱਚ ਰਿਐਲਿਟੀ ਟੈਸਟ ਕੰਡਕਟ ਕੀਤਾ ਸੀਗਾ ਜੋ ਕਿ 27 ਨਵੰਬਰ 2022 ਉਹਦੀ ਡੇਟ ਸੀਗੀ ਤੇ ਆਪਾਂ ਕੱਲ ਹੀ ਸੰਡੇ ਉਹਨੂੰ ਕੰਡਕਟ ਕੀਤਾ ਤੇ ਮੈਂ ਉਹਦੀ ਪ੍ਰੈਪਰੇਸ਼ਨ 'ਚ ਥੋੜੀ ਜਿਹੀ ਬਿਜ਼ੀ ਸੀਗੀ ਤਾਂ ਕਰਕੇ ਮੈਨੂੰ ਨਵੀਂ ਵੀਡੀਓਜ਼ ਅਪਲੋਡ ਕਰਨ ਦਾ ਟਾਈਮ ਨਹੀਂ ਮਿਲਿਆ। ਸੋ ਅੱਜ ਦੀ ਜਿਹੜੀ ਵੀਡੀਓ ਹੈ ਆਪਣੀ ਜਿੱਦਾਂ ਕਿ ਆਪਾਂ ਪਹਿਲੀ ਵੀਡੀਓ ਆਪਣੀ ਰਾਈਟਿੰਗ ਤੇ ਹੀ ਕਰਦੇ ਆ ਰਹੇ ਸੀਗੇ ਤਾਂ ਹੁਣ ਅੱਜ ਦੀ ਵੀਡੀਓ ਵੀ ਰਾਈਟਿੰਗ ਤੇ ਹੀ ਹੈ। ਜਿੱਦਾਂ ਕਿ ਆਪਾਂ ਆਪਣੀ ਪਿਛਲੀ ਵੀਡੀਓ ਟਾਸਕ 2 ਤੇ ਕੀਤੀ ਸੀ, ਅੱਜ ਅਸੀਂ ਆਪਣੀ ਸਾਡੀ ਅਗਲੀ ਵੀਡੀਓ ਜਿਹੜੀ ਹੈ ਉਹ ਟਾਸਕ 1 ਤੇ ਹੈ ਜਿਹੜੀ ਕਿ ਜਨਰਲ ਟ੍ਰੇਨਿੰਗ ਦੇ ਟਾਸਕ 1 ਤੇ ਹੈ। ਅਕੈਡਮਿਕਸ ਦੇ ਟਾਸਕ 1 ਦੀ ਵੀਡੀਓ ਮੇਰੀ ਨੈਕਸਟ ਹੋਏਗੀ ਜੋ ਕਲਾਸ 5 ਦੇ ਵਿੱਚ ਇਨਕਲੂਡ ਹੋਏਗੀ ਤੇ ਉਹ ਅਗਲੀ ਵੀਡੀਓ 'ਚ ਮੈਂ ਤੁਹਾਨੂੰ ਅਕੈਡਮਿਕਸ ਵਾਲਿਆਂ ਨੂੰ ਸਾਰਾ ਇਹ ਟਾਸਕ ਸਮਝਾਉਂਗੀ। ਬਟ ਅੱਜ ਮੈਂ ਟਾਸਕ 1 ਜਿਹੜਾ ਜਨਰਲ ਵਾਸਤੇ ਲੈ ਕੇ ਆਈ ਹਾਂ ਤੇ ਉਮੀਦ ਕਰਦੀ ਹਾਂ ਤੁਹਾਨੂੰ ਇਹ ਸਾਰਿਆਂ ਨੂੰ ਸਮਝ ਲੱਗ ਜਾਏਗੀ ਤੇ ਅਗੇਨ ਉਹੀ ਅਗਰ ਨਹੀਂ ਸਮਝ ਲੱਗੇਗੀ ਤੇ ਕਾਈਂਡਲੀ ਮੈਨੂੰ ਕਮੈਂਟ ਕਰ ਦੇਣਾ so that मैं ਤੁਹਾਡੀ ਕੁਐਰੀਜ਼ ਜਿਹੜੀਆਂ ਉਹ ਕਲੀਅਰ ਕਰ ਸਕਾਂ। ਸੋ ਲੈਟ ਅਸ ਸਟਾਰਟ ਵਿਦ ਆਵਰ ਟੁਡੇਜ਼ ਵੀਡੀਓ that is task 1 on general training and that is a letter। ਜਿੱਦਾਂ ਕਿ ਤੁਸੀਂ ਮੇਰੀ ਸਕਰੀਨ ਤੇ ਦੇਖ ਰਹੇ ਹੋ ਕਿ ਟਾਸਕ 1 ਜੋ ਜਨਰਲ ਟ੍ਰੇਨਿੰਗ ਦਾ ਹੁੰਦਾ ਇੱਕ ਲੈਟਰ ਹੁੰਦੀ ਹੈ ਜਿਹਦੇ ਵਾਸਤੇ ਵੀ ਸੇਮ ਅਕੈਡਮਿਕਸ ਵਾਸਤੇ ਟਾਈਮ ਮੈਨੇਜਮੈਂਟ ਹੁੰਦੀ ਹੈ 20 ਮਿੰਟ ਫॉर ਟਾਸਕ 1 ਐਂਡ 40 ਮਿੰਟਸ ਫॉर ਟਾਸਕ 2। 20 ਮਿੰਟਸ ਆਪਾਂ ਇਸ ਲੈਟਰ ਦੇ ਉੱਪਰ ਸਪੈਂਡ ਕਰਾਂਗੇ ਬਟ ਅਗੇਨ ਉਹਨੂੰ ਲਿਖਣ ਦੇ ਵਿੱਚ ਹੀ ਆਪਾਂ 20 ਮਿੰਟਸ ਨਹੀਂ ਸਪੈਂਡ ਕਰਾਂਗੇ। ਇੱਕ ਟਾਈਮ ਮੈਨੇਜਮੈਂਟ ਹੋਏਗੀ ਇਹਦੇ ਵਿੱਚ ਵੀ ਸਾਡੀ। ਸੋ ਜਿੱਦਾਂ ਹੁਣ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ਟੋਟਲ 20 ਮਿੰਟਸ ਹੈ ਜਿਹਦੇ ਵਿੱਚ ਆਪਾਂ ਫਸਟ 3 ਮਿੰਟਸ ਰਿਜ਼ਰਵ ਰੱਖਨੇ ਆਪਣੇ ਪਲੈਨਿੰਗ ਵਾਸਤੇ ਜੋ ਕਿ ਸਿਰਫ ਸਾਡਾ ਇੱਕ ਪਲੈਨਿੰਗ ਸੈਕਸ਼ਨ ਹੋਏਗਾ। ਆਪਾਂ 2 to 3 ਮਿੰਟਸ ਆਪਾਂ ਕਹਿ ਸਕਦੇ ਹਾਂ। ਵੈਸੇ ਤਾਂ ਉੱਥੇ ਜਾ ਕੇ ਇੰਨੀ ਨਰਵਸਨੈਸ ਜਾਂ ਇਹ ਸਭ ਫੈਕਟਰਸ ਕੰਸੀਡਰ ਕਰਦੇ ਨੇ ਕਈ ਵਾਰੀ 1-2 ਮਿੰਟ ਉੱਪਰ ਨੀਚੇ ਦਾ ਤਾਂ ਵੈਸੇ ਹੀ ਨਹੀਂ ਪਤਾ ਲੱਗਦਾ। ਸੋ ਆਪਾਂ ਇੱਕ ਜਨਰਲ ਜੀ ਗੱਲ ਜਨਰਲ ਜੀ ਲੈ ਕੇ ਚੱਲਦੇ ਹਾਂ ਕਿ 3 ਮਿੰਟ ਅਗਰ ਅਸੀਂ ਆਪਣੀ ਪਲੈਨਿੰਗ ਦੇ ਵਿੱਚ ਕਰੀਏ ਲੈਟਰ ਨੂੰ ਸਮਝ ਕੇ ਕਿ ਆਪਾਂ ਇਹਦੇ ਵਿੱਚ ਲਿਖਣਾ ਕੀ ਹੈ ਅਗੇਨ ਉਹੀ ਆਈਡੀਆ ਜਨਰੇਟ ਕਰ ਲਈਏ ਕਿ ਆਪਾਂ ਕੀ ਲਿਖਣਾ ਹੈ। ਫॉर ਸਪੋਜ਼ ਅਗਰ ਆਪਾਂ ਲਾਈਕ ਆਪਣੇ ਮੈਨੇਜਰ ਨੂੰ ਲਿਖ ਰਹੇ ਹਾਂ ਕੈਫੇਟੇਰੀਆ ਦੇ ਰਿਲੇਟਡ ਕਿ ਕਲੋਜ਼ ਹੋ ਰਿਹਾ ਹੈ ਜਾਂ ਕੈਫੇਟੇਰੀਆ ਅੱਛੇ ਤਰੀਕੇ ਨਾਲ ਨਹੀਂ ਰਨ ਹੋ ਰਿਹਾ ਤੇ ਆਪਾਂ ਰੀਜ਼ਨ ਦੱਸਾਂਗੇ, ਰੀਜ਼ਨ ਸੋਚਾਂਗੇ ਕਿ ਕਿਉਂ ਨਹੀਂ ਰਨ ਹੋ ਰਿਹਾ, ਕੀ ਰੀਜ਼ਨ ਲਿਖੇ ਕਿ ਕਿਉਂ ਨਹੀਂ ਅੱਛੇ ਤਰੀਕੇ ਨਾਲ ਰਨ ਹੋ ਰਿਹਾ ਜਾਂ ਫਿਰ ਆਪਾਂ ਕੀ ਰੀਜ਼ਨ ਲਿਖੀਏ ਕਿ ਇਹਨੂੰ ਕਲੋਜ਼ ਹੋਣ ਤੋਂ ਆਪਾਂ ਜਿਹੜਾ ਰੋਕ ਸਕੀਏ। ਰਾਈਟ। ਸੋ ਇਦਾਂ ਦਾ ਕੁਝ ਆਈਡੀਆ ਆਪਾਂ 2 ਜਾਂ 3 ਮਿੰਟਸ ਦੇ ਵਿੱਚ ਆਪਣੇ ਦਿਮਾਗ ਦੇ ਵਿੱਚ ਲੈ ਆਣਾ ਆਫਟਰ ਰੀਡਿੰਗ ਦ ਲੈਟਰਸ ਹੈਡਿੰਗ ਆਈ ਕੈਨ ਸੇ। ਅਗਲਾ ਹੈ ਜੀ ਮੇਰਾ 17 ਮਿੰਟਸ ਜਿਹੜੇ ਬਚ ਰਹੇ ਨੇ ਉਹਦੇ ਵਿੱਚ ਆਪਾਂ 15 ਮਿੰਟਸ ਸਿਰਫ ਲੈਟਰ ਲਿਖਣ ਦੇ ਵਿੱਚ ਹੀ ਸਪੈਂਡ ਕਰਾਂਗੇ। ਉਸ 15 ਮਿੰਟਸ ਦੇ ਵਿੱਚ ਆਪਾਂ ਆਪਣੇ ਸਾਰੇ ਜਿਹੜੇ ਟਾਸਕ ਰਿਸਪੌਂਸ ਐਂਡ ਜਿਹੜੇ ਆਪਣੇ 4 ਕ੍ਰਾਈਟੇਰੀਆਜ਼ ਨੂੰ ਅੱਛੇ ਤਰੀਕੇ ਦੇ ਨਾਲ ਫੁੱਲਫਿਲ ਕਰਾਂਗੇ ਐਂਡ ਲਾਸਟ 2 ਮਿੰਟ ਦੇ ਵਿੱਚ ਆਪਾਂ ਰੀਚੈਕਿੰਗ ਰੱਖਾਂਗੇ ਜਿੱਦਾਂ ਕਿ ਆਪਾਂ ਟਾਸਕ 2 ਦੇ ਵਿੱਚ ਵੀ ਲਾਸਟ 2 ਮਿੰਟ ਰੀਚੈਕਿੰਗ ਵਾਸਤੇ ਰੱਖੇ ਸੀਗੇ। ਸੋ ਇਦਾਂ ਹੀ ਆਪਾਂ ਟਾਸਕ 1 ਦੇ ਵਿੱਚ ਵੀ ਲਾਸਟ 2 ਮਿੰਟਸ ਹੈ ਜਿਹੜੇ ਉਹ ਰੀਚੈਕਿੰਗ ਵਾਸਤੇ ਜ਼ਰੂਰ ਸੇਵ ਕਰਕੇ ਰੱਖਣੇ ਆ। ਇਟ ਇਜ਼ ਵੈਰੀ ਇੰਪੋਰਟੈਂਟ ਪਾਰਟ whenever we are writing anything and it is important to check it at last so that we can make sure that we haven't done any kind of mistake while in the writing flow, right? So ਹੁਣ ਜਿੱਦਾਂ ਕਿ ਤੁਸੀਂ ਮੇਰੀ ਸਕਰੀਨ ਤੇ ਦੇਖ ਰਹੇ ਹੋ ਜੋ ਲੈਟਰ ਹੈ ਉਹ 3 ਤਰ੍ਹਾਂ ਦੀ ਹੁੰਦੀ ਹੈ। let us start now it's with the format and the types of letter। 3 ਤਰ੍ਹਾਂ ਦੀ ਲੈਟਰ ਹੁੰਦੀ ਹੈ, ਫਾਰਮਲ ਲੈਟਰ, ਸੈਮੀ ਫਾਰਮਲ ਲੈਟਰ ਐਂਡ ਇਨਫਾਰਮਲ ਲੈਟਰ। ਅਗਰ ਮੈਂ ਹੁਣ ਇਹਨਾਂ ਦੇ ਸਟਰਕਚਰਸ ਦੀ ਗੱਲ ਕਰਾਂ ਤਾਂ ਕੁਝ ਖਾਸ ਫਰਕ ਨਹੀਂ ਹੈ ਇਹਨਾਂ ਦੇ ਵਿੱਚ। ਇਹਨਾਂ ਦੇ ਲਿਖਣ ਦੇ ਫਾਰਮੈਟ ਦੇ ਵਿੱਚ ਮੈਂ ਕਹਿ ਰਹੀ ਹਾਂ, ਰਾਈਟਿੰਗ ਫਾਰਮੈਟ ਦੇ ਵਿੱਚ ਕੋਈ ਖਾਸ ਫਰਕ ਨਹੀਂ ਹੈ। ਸਿਰਫ ਇੱਕ ਸਮਝਣ ਦੀ ਗੱਲ ਹੈ ਕਿ ਫਾਰਮਲ ਕਿੱਥੇ ਆਪਾਂ ਯੂਜ਼ ਕਰ ਸਕਦੇ ਹਾਂ, ਮਤਲਬ ਕਿੱਥੇ ਆਪਾਂ ਕੰਸੀਡਰ ਕਰ ਸਕਦੇ ਹਾਂ ਕਿ ਇਹ ਫਾਰਮਲ ਲੈਟਰ ਹੈ ਜਾਂ ਕਿੱਥੇ ਕੰਸੀਡਰ ਕਰ ਸਕਦੇ ਹਾਂ ਕਿ ਇਹ ਸੈਮੀ ਫਾਰਮਲ ਹੈ ਤੇ ਇਹ ਇਨਫਾਰਮਲ ਹੈ। ਮਤਲਬ ਇਹਨਾਂ ਨੂੰ ਆਪਾਂ ਡਿਫਰੈਂਸ਼ੀਏਟ ਕਿੱਦਾਂ ਕਰ ਸਕਦੇ ਹਾਂ। ਇਟ ਇਜ਼ ਆਲ ਔਨ ਆਰ ਅੰਡਰਸਟੈਂਡਿੰਗ। ਆਪਾਂ ਅਗਰ ਪਹਿਲਾਂ ਦੇਖੀਏ ਆਪਾਂ 3 ਚਾਰਟਸ ਦੇ ਵਿੱਚ ਮੈਂ ਆਪਣੀ ਲੈਟਰਸ ਨੂੰ ਡਿਵਾਈਡ ਕੀਤਾ ਹੈ ਤਾਂ ਕਿ ਇਹਨਾਂ ਨੂੰ ਸਮਝਣ ਦੇ ਵਿੱਚ ਕੋਈ ਦਿੱਕਤ ਨਾ ਆਏ। ਪਹਿਲੀ ਹੈ ਜੀ ਮੇਰੀ ਫਾਰਮਲ ਲੈਟਰ। ਫਾਰਮਲ ਲੈਟਰ ਹੁੰਦੇ ਹੈ ਕਿ ਲਾਈਕ ਵੀ ਆਰ ਰਾਈਟਿੰਗ ਟੂ ਅ ਪਰਸਨ ਹੂ ਇਜ਼ ਕੰਪਲੀਟਲੀ ਅਨਨੋਨ ਟੂ ਅਸ, ਜਿਹਨੂੰ ਆਪਾਂ ਜਾਣਦੇ ਹੀ ਨਹੀਂ ਆ as well as for some professional reason। 2 ਤਰੀਕੇ ਦੇ ਆ, ਇੱਕ ਤਾਂ ਪਰਸਨ ਸਾਡੇ ਲਈ ਕੰਪਲੀਟਲੀ ਅਨਨੋਨ ਹੋਵੇ, ਸੈਕੰਡਲੀ ਆਪਾਂ ਪਰਸਨ ਨੂੰ ਲਿਖ ਰਹੇ ਹਾਂ for some professional reason, for some official purpose I can say, ਰਾਈਟ। ਜਿੱਦਾਂ ਕਿ ਹੁਣ ਮੈਂ ਦੀ ਐਗਜ਼ਾਮਪਲ ਲਵਾਂ ਲੋਕਲ ਕਾਉਂਸਲ ਨੂੰ ਆਪਾਂ ਲਿਖ ਰਹੇ ਹਾਂ ਜਾਂ ਫਿਰ ਆਪਾਂ ਪ੍ਰਿੰਸੀਪਲ ਨੂੰ ਲਿਖ ਰਹੇ ਹਾਂ ਸਕੂਲ ਜਾਂ ਕਾਲਜ ਦੀ ਐਂਡ ਆਪਣੇ ਮੈਨੇਜਰ ਨੂੰ ਲਿਖ ਰਹੇ ਹਾਂ, ਮੈਨੇਜਮੈਂਟ ਨੂੰ ਲਿਖ ਰਹੇ ਹਾਂ, 에ਅਰਲਾਈਨਸ ਨੂੰ ਲਿਖ ਰਹੇ ਹਾਂ, ਠੀਕ ਹੈ। ਕਿਸੇ ਜੌਬ ਐਪਲੀਕੇਸ਼ਨ ਵਾਸਤੇ ਆਪਾਂ ਲੈਟਰ ਲਿਖ ਰਹੇ ਹਾਂ, ਯੂ ਵਾਂਟ ਟੂ ਅਪਲਾਈ ਫॉर ਐਨੀ ਕਾਈਂਡ ਆਫ ਜੌਬ ਐਂਡ ਇਹ ਸਭ ਐਗਜ਼ਾਮਪਲਸ ਨੇ ਆਪਣੇ ਐਗਜ਼ਾਮਪਲਸ ਨੇ। ਇਟ ਇਜ਼ ਨॉट ਲਾਈਕ ਕਿ ਮੈਂ ਪੂਰੀ ਲਿਸਟ ਇੱਥੇ ਦੇ ਰਹੀ ਹਾਂ जस्ट कि तुम थोड़ा समझ लो कि इस अगर आप डिपार्टमेंट में लैटर लिख रहे हैं तो दैट मीनस इट इज द फॉर्मल लैटर राइट। सो इदा ही अगर हुण मैं सैमी फॉर्मल की गल करा तो सैमी फॉर्मल होंदा है कि वी आर एक्चुअली नोन टू दैट परसन
बट ऑन नॉट ऑन पर्सनल लेवल, सिर्फ आप जानते हैं लेकिन एक पर्सनल लेवल ਤੇ नहीं जानते। अगर आप सैमी प्रोफेशनल पर्पस कारण ਉਹ ਲੈਟਰ ਲਿਖ ਰਹੇ ਹਾਂ ਤਾਂ ਇਟ ਮੀਨਸ ਇਟ ਇਜ਼ ਅ ਸੈਮੀ ਫਾਰਮਲ ਲੈਟਰ। ਹੁਣ ਉਹ ਸੈਮੀ ਪ੍ਰੋਫੈਸ਼ਨਲ ਰੀਜ਼ਨ ਕਿੱਦਾਂ ਦੇ ਹੋ ਸਕਦੇ ਨੇ, ਜਿੱਦਾਂ ਕਿ ਆਪਾਂ ਕਿਸੇ ਆਪਣੇ ਲੈਂਡਲॉर्ड ਨੂੰ ਲਿਖ ਰਹੇ ਹਾਂ ਕਿ ਆਪਾਂ ਰੈਂਟਲ ਬੇਸਿਸ ਤੇ ਰਹਿ ਰਹੇ ਹਾਂ ਕਿਸੇ ਦੇ ਘਰ, ਤਾਂ ਉਹਦੇ ਵਿੱਚ ਕੁਝ ਡੈਮੇਜ ਆ ਗਿਆ ਘਰ ਦੇ ਵਿੱਚ ਜਾਂ ਕੁਝ ਐਡਵਾਂਸ ਦੇ ਰਿਲੇਟਡ ਕੋਈ ਵੀ ਕੁਐਰੀਜ਼ ਹੈ ਤੁਹਾਡੀਆਂ ਜਾਂ ਤੁਸੀਂ ਕੋਈ ਡਾਊਟਸ ਕਲੀਅਰ ਕਰਨੇ ਆ, ਤਾਂ ਤੁਸੀਂ ਕੀ ਕਰ ਸਕਦੇ ਹੋ ਆਪਣੇ ਲੈਂਡਲॉर्ड ਨੂੰ ਲੈਟਰ ਲਿਖ ਸਕਦੇ ਹੋ। ਇੱਕ ਸੈਮੀ ਪ੍ਰੋਫੈਸ਼ਨਲ ਲੈਟਰ ਸੈਮੀ ਫਾਰਮਲ ਲੈਟਰ ਦੇ ਵਿੱਚ ਕਾਊਂਟ ਹੁੰਦੀ ਹੈ। ਇਹਦੇ ਵਿੱਚ ਹੋਰ ਐਗਜ਼ਾਮਪਲ ਆ ਸਕਦਾ ਆ, ਐਗਜ਼ਾਮਪਲ ਆਈ ਕੈਨ ਸੇ ਨੇਬਰਸ ਆ ਸਕਦੇ ਨੇ ਕਿ ਨੇਬਰਸ ਤੋਂ ਅਗਰ ਤੁਹਾਨੂੰ ਕੋਈ ਡਿਸਟਰਬੈਂਸ ਹੋ ਰਹੀ ਹੈ ਜਾਂ ਕਿਸੇ ਹੈਲਪ ਦੀ ਜ਼ਰੂਰਤ ਹੈ ਜਾਂ ਕਿਸੇ ਪਾਰਟੀ ਵਗੈਰਾ ਤੇ ਇਨੋਗ੍ਰੇਸ਼ਨ ਤੇ ਤੁਸੀਂ ਉਹਨੂੰ ਇਨਵਾਈਟ ਕਰਨਾ ਆ, ਤਾਂ ਉਹ ਵੀ ਇੱਕ ਸੈਮੀ ਫਾਰਮਲ ਲੈਟਰ ਦੇ ਵਿੱਚ ਹੀ ਕਾਊਂਟ ਹੁੰਦੀ ਹੈ। ਐਂਡ ਇੱਕ ਆਪਾਂ ਹੋਰ ਕਹਿ ਸਕਦੇ ਇਹਦੇ ਵਿੱਚ ਕੋਲੀਗਸ ਨੂੰ ਵੀ ਅਗਰ ਆਪਾਂ ਲਿਖ ਰਹੇ ਹਾਂ ਕਿਤੇ ਆਪਾਂ ਜੌਬ ਕਰ ਰਹੇ ਹਾਂ ਤਾਂ ਉਹਦੇ ਕੋਲੀਗਸ ਨੂੰ ਅਸੀਂ ਲਿਖਣਾ ਹੈ। ਟੀਮਮੇਟਸ ਨੂੰ ਅਗਰ ਆਪਾਂ ਲਿਖ ਰਹੇ ਹਾਂ ਕਿਸੇ ਸਪੋਰਟਸ ਦੇ ਵਿੱਚ ਆਪਾਂ ਡਿਪਾਰਟਮੈਂਟ ਦੇ ਵਿੱਚ ਇੰਗੇਜ ਆ ਤਾਂ ਅਗਰ ਉੱਥੋਂ ਦੇ ਆਪਾਂ ਟੀਮਮੇਟਸ ਨੂੰ ਲਿਖਣੇ ਤਾਂ ਉਹ ਵੀ ਇੱਕ ਸੈਮੀ ਫਾਰਮਲ ਲੈਟਰ ਦੇ ਵਿੱਚ ਹੀ ਕੰਸੀਡਰ ਹੋਏਗੀ। ਅਗੇਨ ਹੁਣ ਮੈਂ ਉੱਥੇ ਹੀ ਆ ਜਾਣੀ, ਇਹ ਸਾਰੇ ਪਰਸਨ ਸਾਨੂੰ ਜਾਣਦੇ ਹੁੰਦੇ ਆ ਲੇਕਿਨ ਇੱਕ ਪਰਸਨਲ ਲੈਵਲ ਤੇ ਨਹੀਂ ਜਾਣਦੇ, ਇੱਕ ਸੈਮੀ ਪ੍ਰੋਫੈਸ਼ਨਲ ਜਿਹੇ ਲੈਵਲ ਤੇ ਸਾਨੂੰ ਜਾਣਦੇ ਹੁੰਦੇ। ਠੀਕ ਹੈ ਜੀ। ਐਂਡ ਲਾਸਟ ਬਟ ਨਾਟ ਲੀਸਟ ਆਪਣੀ ਆ ਜਾਂਦੀ ਹੈ ਸੈਮੀ ਫਾਰਮਲ ਲੈਟਰ। ਸੈਮੀ ਫਾਰਮਲ ਤਾਂ ਹੁਣ ਤੁਸੀਂ ਸਮਝ ਗਏ ਹੋਗੇ, ਇਟ ਇਜ਼ ਅ ਪਰਸਨਲ ਕਾਈਂਡ ਆਫ ਲੈਟਰ ਵੀ ਕੈਨ ਸੇ। ਇਹ ਆਪਾਂ ਉਹਨੂੰ ਲਿਖਦੇ ਆ ਜਿਹੜਾ ਪਰਸਨ ਸਾਡੇ ਨੂੰ ਪਰਸਨਲ ਲੈਵਲ ਤੇ ਜਾਣਦਾ ਹੈ, ਪਰਸਨਲੀ ਆਪਾਂ ਅਟੈਚ ਉਸ ਬੰਦੇ ਦੇ ਨਾਲ, ਜਿੱਦਾਂ ਕਿ ਆਪਣੇ ਫਰੈਂਡਸ, ਫੈਮਿਲੀ, ਰਿਲੇਟਿਵਸ, ਇਹ ਸਭ ਪਰਸਨਲ ਲੈਵਲ ਤੇ ਆਪਣੇ ਬੰਦੇ ਸਾਨੂੰ ਜਾਣਦੇ ਹੁੰਦੇ, ਤੇ ਇਹਨਾਂ ਨੂੰ ਆਪਾਂ ਇੱਕ ਇਨਫਾਰਮਲ ਲੈਟਰ ਦੇ ਤੌਰ ਤੇ ਲੈਟਰ ਲਿਖਦੇ ਆ, ਮਤਲਬ ਪਰਸਨਲ ਲੈਟਰ ਦੇ ਤੌਰ ਤੇ ਆਪਾਂ ਇਹਨਾਂ ਨੂੰ ਲਿਖ ਸਕਦੇ ਆ। ਜਿੱਦਾਂ ਕਿ ਤੁਸੀਂ ਹੁਣ ਕਿਸੇ ਫਰੈਂਡ ਨੂੰ ਲਿਖ ਰਹੇ ਹੋ, ਉਹਨੂੰ ਤੁਸੀਂ ਮਿਲਣਾ ਆ, ਇਨਵੀਟੇਸ਼ਨ ਹੈ, ਕਿਸੇ ਹੋਰ ਫੈਮਿਲੀ ਮੈਂਬਰ ਨੂੰ ਲਿਖ ਰਹੇ ਆ, ਤਾਂ ਉਹ ਸਭ ਪਰਸਨਲ ਇਨਫਾਰਮਲ ਲੈਟਰ ਦੇ ਵਿੱਚ ਹੀ ਕਾਊਂਟ ਹੋਏਗੀ। ਠੀਕ ਹੈ। ਸੋ ਇਹ ਤਾਂ ਸੀ ਆਪਣੇ ਤਿੰਨ ਤਰ੍ਹਾਂ ਦੀਆਂ ਲੈਟਰਸ, ਫਾਰਮਲ, ਸੈਮੀ ਫਾਰਮਲ ਐਂਡ ਇਨਫਾਰਮਲ ਲੈਟਰ। ਹੁਣ ਆਪਾਂ ਆ ਜਾਂਦੇ ਆ ਆਪਣੇ ਲੈਟਰ ਦੇ ਫਾਰਮੈਟ ਦੇ ਉੱਪਰ ਕਿ ਲੈਟਰ ਐਕਚੁਅਲੀ ਲਿਖੀ ਕਿੱਦਾਂ ਜਾਂਦੀ ਹੈ। ਨੋ ਡਾਊਟ ਲੈਟਰ ਸੇਮ ਹੀ ਹੁੰਦੀ ਹੈ ਜੋ ਕਿ ਆਪਾਂ ਮਤਲਬ ਆਪਣੇ ਸਕੂਲ ਟਾਈਮ ਤੋਂ ਲਿਖਦੇ ਆ ਰਹੇ ਹਾਂ, है ना, कि अगेन वही आप पहले ग्रीट करते हैं अपने डियर प्रिंसीपल या रिस्पैक्टेड प्रिंसीपल करके फिर आप सब्जैक्ट लिखते हैं, थोड़ा बहुता चेंजेस आएंगे, थोड़े बहुते आयल्स की राइटिंग दी लैटर दे विच थोड़े जे चेंजेस ने, बट मोटिव वही होंदा है जो आप बचपन तो लिखते आ रहे हैं अपने स्कूल टाइमिंग्स तो। सो आप हम सब तो पहला गल करांगे स्ट्रक्चर की। ये ध्यान रखना है, मैं जो स्ट्रक्चर तुसीं अपने स्क्रीन ते देख रहे हो, जो मैं तुहानूं दस्सण जा रही हाँ, ये एप्लीकेबल है सारे लैटर्स वास्ते, फॉर्मल वास्ते भी, सैमी फॉर्मल वास्ते भी ते इनफॉर्मल वास्ते भी। राइट, हुण स्ट्रक्चर की गल मैं करा तो सब तो पहला आप जिद्दां कि मैं तुहानूं टास्क 2 दे भी स्ट्रक्चर समझाए सी, किहड़े बॉडी पैराग्राफ दे भी सब तो पहला आप इंट्रोडक्शन लिखते हैं, दैन आप बॉडी पैराग्राफ लिखते हैं, किहड़े बॉडी पैराग्राफ च आप किहड़े आइडियाज किद्दां दे लिखने होंदे आ, दैन आप कन्फ्यूजन लिखते हैं। सिमिलरली टास्क 1 लिखण दा भी, लैटर लिखण दा भी एक स्ट्रक्चर हुंदा है, वो है सब तो पहला ग्रीटिंग लाइन। ठीक है, दैन पहले मैं इन्हूं एनलिस्ट कर देनी है, फिर मैं तुहानूं वन बाय वन समझांदी है सारे है की। राइट, ग्रीटिंग लाइन, दैन इंट्रोडक्टरी पैराग्राफ, दैन बुलेट पॉइंट 1, explain bullet point 2, explain your bullet point 3, then closing line, then sign off and then name। ਇਹ ਤਾਂ ਹੋ ਗਿਆ ਮੇਰਾ ਸਟਰਕਚਰ ਜਿਹੜਾ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਕਿ ਆਪਾਂ ਕਿੱਦਾਂ ਕਿੱਦਾਂ ਇਸ ਲੈਟਰ ਨੂੰ ਕਿਹੜੇ-ਕਿਹੜੇ ਫਾਰਮ ਦੇ ਵਿੱਚ ਲਿਖਣਾ ਆ। ਠੀਕ ਹੈ, ਹੁਣ ਅੱਗੇ ਆ ਜਾਂਦੇ ਆ ਕਿ ਆਪਾਂ ਹਰ ਇੱਕ ਨੂੰ ਮੈਂ ਹੁਣ ਤੁਹਾਨੂੰ ਐਕਸਪਲੇਨ ਕਰਨ ਜਾ ਰਹੀ ਹਾਂ ਕਿ ਗ੍ਰੀਟਿੰਗ ਲਾਈਨ ਹੈ ਤਾਂ ਉਹ ਫਾਰਮਲ ਦੇ ਵਿੱਚ ਕਿੱਦਾਂ ਹੋਣੀ ਚਾਹੀਦੀ ਹੈ, ਸੈਮੀ ਫਾਰਮਲ ਦੇ ਵਿੱਚ ਕਿੱਦਾਂ ਹੋਣੀ ਚਾਹੀਦੀ ਹੈ ਤੇ ਇਨਫਾਰਮਲ ਦੇ ਵਿੱਚ ਕਿੱਦਾਂ ਹੋਣੀ ਚਾਹੀਦੀ ਹੈ। ਮੈਂ ਤੁਹਾਨੂੰ ਲਾਈਨ ਵਾਈਜ਼ ਸਾਰਾ ਜਿਹੜਾ ਉਹ ਫਾਰਮੈਟ ਉਹ ਸਮਝਾਉਣ ਜਾ ਰਹੀ ਹਾਂ। ठीक है, हुण सब तो मैं उम्मीद करती है पहला तक कि तुहानूं इत्थों तक सारे नूं समझ लग गया होगा, क्योंकि अगे हुण जो आपां करन जा रहे हो आपां वन बाय वन लैटर नूं अकॉर्डिंगली करन जा रहे हैं, स्ट्रक्चर दे अकॉर्डिंगली करन जा रहे हैं। ठीक है, मेन हुण इत्थों स्टार्टिंग हुंदी है साडी राइटिंग दी। ठीक है जी, हुण आ जाओ आपां सब तो पहला गल करदे आ फॉर्मल लैटर दी। फॉर्मल लैटर दे विच जो स्ट्रक्चर आपां हुणे मैं बोलिया सीगा, ग्रीटिंग लाइन एंड स्टार्टिंग पैराग्राफ एंड ऑल दीस थिंग्स, तो उहदे विचों किद्दां किद्दां आपां लिख सकदे आ उहनूं। अगर हुण मैं फॉर्मल लैटर की गल करा तो मैं एक बार फिर तुहानूं मैंशन करूँगी दोबारा तो, वी आर राइटिंग दिस लैटर टू द अननोन पर्सन एंड फॉर सम प्रोफेशनल रीजन्स। ठीक है, हुण इहदे विच अगर मैं ग्रीटिंग लाइन लिखनी होवे तो मैं ऑलवेज यही लिखूंगी डियर सर स्लैश मैडम, उस तो बाद एक कॉमा जरूर आएगा। ठीक है जी, दैन ए फिक्स आ, ये हर फॉर्मल लैटर वास्ते फिक्स आ, आइदर यू आर राइटिंग टू द म्यूनसिपल कमेटी और काउंसिल और यू आर राइटिंग टू सम प्रिंसिपल और टू सम एयरलाइंस, या जिन्हों भी तुसीं लिख रहे हो फॉर्मल ਉਹਦੇ ਵਿੱਚ ਬਿਹੇਵੀਅਰ ਦੇ ਵਿੱਚ, ਤਾਂ ਇਹ ਸਾਰੇ ਵਾਸਤੇ ਫਿਕਸ ਹੀ ਆਏਗਾ। ठीक है, दैन हुण अगर मैं दोबारा तो देखा तो अपना सैकेंड की सीगा फॉर्मेट दा स्ट्रक्चर,
इंट्रोडक्टरी पैराग्राफ ਦਾ ਮਤਲਬ ਹੁੰਦਾ ਹੈ ਕਿ what we are going to write in this essay ਇੱਕ ਵਾਰੀ ਐਜ਼ ਅ ਸਬਜੈਕਟ ਉਹਨੂੰ ਪਤਾ ਲੱਗ ਜਾਵੇ। ਜਿੱਦਾਂ ਆਪਾਂ ਸਕੂਲ ਟਾਈਮ ਤੇ ਸਬਜੈਕਟ ਲਿਖਦੇ ਹੁੰਦੇ ਸੀ, we are writing this for ਸਕੂਲ ਲਿਵਿੰਗ ਸਰਟੀਫਿਕੇਟ, ਸਬਜੈਕਟ ਲਿਖਦੇ ਹੁੰਦੇ ਸੀ ਨਾ ਸਕੂਲ ਲਿਵਿੰਗ ਸਰਟੀਫਿਕੇਟ। ਇਹਦੇ ਵਿੱਚ ਹੁਣ ਆਪਾਂ ਸਬਜੈਕਟ ਕਰਕੇ ਤਾਂ ਨਹੀਂ ਲਿਖਾਂਗੇ, ਲੇਕਿਨ ਇੱਕ ਪੈਰਾਗ੍ਰਾਫ 1-2 ਲਾਈਨਸ ਦਾ ਲਿਖ ਦੇਵਾਂਗੇ, 2-3 ਲਾਈਨਸ ਦਾ ਆਈ ਕੈਨ ਸੇ, ਕਿ ਜੋ ਵੀ ਉੱਪਰ ਉਹ ਹੈਡਿੰਗ ਦਿੱਤੀ ਹੁੰਦੀ ਹੈ ਤੁਹਾਨੂੰ ਉਹਨੂੰ ਜਸਟ ਇੱਕ ਵਾਰੀ ਰੀਫਰੇਸ ਕਰ ਦਿਓ ਤਾਂ ਕਿ ਪੜ੍ਹਨ ਵਾਲੇ ਨੂੰ ਥੋੜਾ ਪਤਾ ਲੱਗ ਜਾਵੇ ਪਹਿਲਾਂ ਕਿ ਕੀ ਲਿਖਣ ਜਾ ਰਹੇ ਇਸ ਲੈਟਰ ਦੇ ਵਿੱਚ। ਜਿਹਨੂੰ ਵੀ ਆਪਾਂ ਇਹ ਲੈਟਰ ਲਿਖ ਰਹੇ ਹਾਂ ਉਹਨੂੰ ਥੋੜਾ ਜਿਹਾ ਇੰਟਰੋਡਕਟਰੀ ਪੈਰਾਗ੍ਰਾਫ ਤੋਂ ਪਤਾ ਲੱਗ ਜਾਵੇ ਕਿ ਇਹ ਲੈਟਰ ਜਿਹੜੀ ਮੈਂ ਪੜ੍ਹ ਰਿਹਾ ਹੈ ਜਾਂ ਮੈਨੂੰ ਮਿਲੀ ਹੈ ਇਹ ਕਿਸ ਪਰਪਸ ਵਾਸਤੇ ਮਿਲੀ ਹੈ। ਸੋ ਇੰਟਰੋਡਕਟਰੀ ਪੈਰਾਗ੍ਰਾਫ ਦਾ ਇਹ ਪਰਪਸ ਹੁੰਦਾ ਹੈ, ਠੀਕ ਹੈ। ਇਹ ਮੈਂ ਕਹੂੰਗੀ ਅਗਰ ਜਿਹਨੇ ਤਾਂ ਅੱਛੇ ਬੈਂਡਸ ਇਹਦੇ ਵਿੱਚ ਕਰਨੇ ਨੇ, ਸਕੋਰ ਕਰਨੇ ਨੇ, 8 ਕਰਨੇ ਨੇ, 7.5 ਕਰਨੇ ਨੇ, 8.5 ਕਰਨੇ ਤੇ ਇਹ ਵਾਲਾ ਪੈਰਾਗ੍ਰਾਫ ਮਿਸ ਨਾ ਕਰਨਿਓ। ਇਟ ਇਜ਼ ਵੈਰੀ ਗੁੱਡ ਸਟਰਕਚਰਸ for those who are like dreaming to have or achieve 8+ bands, right? ਅੱਗੇ ਮੇਰਾ ਆ ਜਾਂਦਾ ਬੋਡੀ ਪੈਰਾਗ੍ਰਾਫ 1। ਹੁਣ ਇਹ ਬੋਡੀ ਪੈਰਾਗ੍ਰਾਫ 1 ਹੈ, ਇਹਦਾ ਮਤਲਬ ਹੁੰਦਾ ਹੈ ਸੌਰੀ ਬੁਲੇਟ ਪੁਆਇੰਟ, ਹਾਂ ਬੋਡੀ ਪੈਰਾਗ੍ਰਾਫ 1 ਆਈ ਮਸਟ ਸੇ, ਇਹਦਾ ਮਤਲਬ ਹੈ ਐਕਸਪਲੇਨ ਯੋਰ ਬੁਲੇਟ ਪੁਆਇੰਟ 1। ਹੁਣ ਜਿੱਦਾਂ ਸਾਨੂੰ ਕੋਈ ਲੈਟਰ ਦਿੱਤੀ ਹੁੰਦੀ, ਤੁਸੀਂ ਸਕਰੀਨ ਤੇ ਦੇਖ ਸਕਦੇ ਹੋ, ਫॉर ਸਪੋਜ਼ ਮੇਰੇ ਕੋਲ ਇਹ ਵਾਲੀ ਲੈਟਰ ਹੈ, ਇਹਦੇ ਵਿੱਚ ਤੁਸੀਂ ਦੇਖੋ 3 ਬੁਲੇਟ ਪੁਆਇੰਟਸ ਦਿੱਤੇ ਹੋਏ ਨਾ ਨੀਚੇ 1 2 3। ਸੋ ਆਪਾਂ ਸਭ ਤੋਂ ਪਹਿਲਾਂ ਕੀ ਕਰਾਂਗੇ, ਬੁਲੇਟ ਪੁਆਇੰਟ 1 ਨੂੰ ਐਕਸਪਲੇਨ ਕਰਾਂਗੇ ਆਪਣੀ ਇੰਟਰੋਡਕਟਰੀ ਪੈਰਾਗ੍ਰਾਫ ਤੋਂ ਬਾਅਦ, ठीक है। ਹੁਣ ਇਹਦੀ ਟਰਨ ਆ ਜਾਂਦੀ ਹੈ, ਲੇਕਿਨ ਧਿਆਨ ਰੱਖਣਾ ਹੁਣ ਮੈਂ ਜਿਹੜਾ ਵੀ ਸਟਰਕਚਰ ਤੁਹਾਨੂੰ ਇੱਥੇ ਐਕਸਪਲੇਨ ਕਰ ਰਹੀ ਹਾਂ, ਗ੍ਰੀਟਿੰਗ ਲਾਈਨ, ਇੰਟਰੋਡਕਟਰੀ, ਬੋਡੀ ਪੈਰਾਗ੍ਰਾਫ 1, ਇਹ ਸਾਰਿਆਂ ਨੂੰ ਖਤਮ ਕਰਨ ਤੋਂ ਬਾਅਦ ਇੱਕ ਲਾਈਨ ਜ਼ਰੂਰ ਛੱਡਣੀ ਹੈ। ਐਟ ਲਾਸਟ ਮੈਂ ਤੁਹਾਨੂੰ ਇੱਕ ਲੈਟਰ ਦਾ ਸੈਂਪਲ ਵੀ ਦਿਖਾਉਂਗੀ ਕਿ ਆਪਾਂ ਕਿੱਦਾਂ ਇੱਕ ਲਾਈਨ ਛੱਡ ਕੇ ਹਰ ਪੈਰਾਗ੍ਰਾਫ ਨੂੰ ਕੰਪਲੀਟ ਕਰਨਾ ਹੈ, ਠੀਕ ਹੈ, ਹਰ ਪਾਰਟ ਨੂੰ ਕੰਪਲੀਟ ਕਰਨਾ ਹੈ ਬਸ। ਦੈਨ ਆ ਜਾਂਦਾ ਆਪਣਾ ਬੋਡੀ ਪੈਰਾਗ੍ਰਾਫ 2। ਹੁਣ ਤੁਸੀਂ ਦੇਖੋ ਕਿ ਆਪਣਾ ਜਿਹੜਾ ਬੁਲੇਟ ਪੁਆਇੰਟ 2 ਹੈ ਉਹਨੂੰ ਆਪਾਂ ਐਕਸਪਲੇਨ ਕਰਾਂਗੇ ਇਹਦੇ ਵਿੱਚ। ਜਿੱਦਾਂ ਕਿ ਹਮੇਸ਼ਾ ਇਹੀ ਹੁੰਦਾ ਕਿ ਬੁਲੇਟ ਪੁਆਇੰਟ 1 ਦੇ ਵਿੱਚ ਉਹਨਾਂ ਨੇ ਹਮੇਸ਼ਾ ਰੀਜ਼ਨ ਹੀ ਪੁੱਛਿਆ ਹੁੰਦਾ ਕਿ ਵਾਈ ਯੂ ਆਰ ਰਾਈਟਿੰਗ ਦਿਸ ਲੈਟਰ ਐਂਡ ਉਸ ਤੋਂ ਬਾਅਦ ਪ੍ਰੋਬਲਮ ਐਕਸਪਲੇਨ ਕਰਨੀ ਹੁੰਦੀ ਸੀ। ਇਹ ਜਸਟ ਇੱਕ ਸੈਂਪਲ ਦੇ ਤੌਰ ਤੇ ਮੈਂ ਲਿਖਿਆ, ਠੀਕ ਹੈ। ਇਦਾਂ ਹੀ ਬੋਡੀ ਪੈਰਾਗ੍ਰਾਫ 3 ਦੇ ਵਿੱਚ ਆਪਾਂ ਆਪਣਾ ਬੁਲੇਟ ਪੁਆਇੰਟ 3 ਨੂੰ ਐਕਸਪਲੇਨ ਕਰਾਂਗੇ, ਜਿਹੜਾ ਕਿ ਆਲਮੋਸਟ 99% ਸੋਲੂਸ਼ਨ ਹੀ ਹੁੰਦਾ ਕਿ ਇਹਦਾ ਕੀ ਸੋਲੂਸ਼ਨ ਹੈ, ਅਕੋਰਡਿੰਗ ਟੂ ਯੂ ਕੀ ਹੋਣਾ ਚਾਹੀਦਾ ਹੈ ਜਾਂ ਕੀ ਕਰਨਾ ਚਾਹੀਦਾ ਹੈ, ਠੀਕ ਹੈ। ਉਸ ਤੋਂ ਬਾਅਦ ਆ ਜਾਂਦਾ ਹੈ ਕਲੋਜ਼ ਦ ਪੈਰਾਗ੍ਰਾਫ। ਅਗੇਨ ਤੁਸੀਂ ਬੁਲੇਟ ਪੁਆਇੰਟ 3 ਜਦੋਂ ਐਕਸਪਲੇਨ ਕਰਤਾ ਉਹ ਵਾਲੇ ਪੈਰਾਗ੍ਰਾਫ ਤੋਂ ਬਾਅਦ ਇੱਕ ਲਾਈਨ ਛੱਡੋਗੇ, ਦੈਨ ਤੁਸੀਂ ਲਿਖੋਗੇ ਕਲੋਜ਼ ਦ ਪੈਰਾਗ੍ਰਾਫ ਹੋਪਿੰਗ ਵਿਦ ਦ ਸੋਲੂਸ਼ਨ। ਜਿੱਦਾਂ ਕਿ ਮੈਂ ਉਮੀਦ ਕਰਦੀ ਹਾਂ ਆਈ ਹੋਪ ਟੂ ਰਿਜ਼ੋਲਵ, ਯੂ ਵਿਲ ਰਿਜ਼ੋਲਵ ਦਿਸ ਸੋਲੂਸ਼ਨ, ਸੌਰੀ ਰਿਜ਼ੋਲਵ ਦਿਸ ਪ੍ਰੋਬਲਮ। ਕਲੋਜ਼ਿੰਗ ਲਾਈਨ ਦੇ ਵਿੱਚ ਹੁਣ ਜ਼ਿਆਦਾਤਰ ਇਹੀ ਹੁੰਦਾ ਕਿ ਤੁਸੀਂ ਉਹ ਲਾਈਨ ਨੂੰ ਜਾਂ ਆਪਣੇ ਲੈਟਰ ਨੂੰ ਸਮ ਅਪ ਕਰ ਰਹੇ ਹੋ ਹੋਪਿੰਗ ਵਿਦ ਅ ਸੋਲੂਸ਼ਨ, ਜਿੱਦਾਂ ਕਿ ਹੋਪ ਯੂ ਵਿਲ ਰਿਜ਼ੋਲਵ ਦਿਸ ਪ੍ਰੋਬਲਮ ਸੂਨ। ਇੱਦਾਂ ਕਰਕੇ ਆਪਾਂ ਇੱਕ ਹੋਪ ਕਰਕੇ ਜਿਹੜੀ ਆਪਣੀ ਕਲੋਜ਼ ਕਰ ਦਿੰਦੇ ਹਾਂ ਪੈਰਾਗ੍ਰਾਫ ਨੂੰ। ਅਗੇਨ ਵੀ ਹੈਵ ਟੂ ਲੀਵ ਵਨ ਲਾਈਨ, ਦੈਨ ਵੀ ਵਿਲ ਸਾਈਨ ਆਫ। ਸਾਈਨ ਆਫ ਮਤਲਬ ਯੋਰ ਸਿੰਸੀਅਰਲੀ, ਯੋਰਸ ਫੇਥਫੁਲੀ, ਇਹ ਫਾਰਮਲ ਦੇ ਵਿੱਚ ਤੁਸੀਂ ਕੁਝ ਵੀ ਲਿਖ ਸਕਦੇ ਹੋ ਦੋਨਾਂ ਚੋਂ, ਠੀਕ ਹੈ। ਐਂਡ ਫਾਈਨਲੀ ਆਪਣਾ ਨੇਮ। ਧਿਆਨ ਰੱਖਣਾ ਆਪਾਂ ਫਾਰਮਲ ਤੇ ਸੈਮੀ ਫਾਰਮਲ ਦੇ ਕੇਸ ਦੇ ਵਿੱਚ ਜੋ ਆਪਣਾ ਨੇਮ ਹੈ ਉਹ ਫੁੱਲ ਲਿਖਾਂਗੇ। ਜਿੱਦਾਂ ਮੇਰਾ ਨਾਮ ਹੁਣ ਰਸ਼ਮੀ ਅਰੋੜਾ ਹੈ ਤਾਂ ਮੈਂ ਫੁੱਲ ਨੇਮ ਲਿਖੂੰਗੀ ਆਪਣਾ ਰਸ਼ਮੀ ਅਰੋੜਾ, ਠੀਕ ਹੈ। ਸੋ ਇਦਾਂ ਹੀ ਆਪਣਾ ਫਾਰਮਲ ਤੇ ਸੈਮੀ ਫਾਰਮਲ ਦੇ ਕੇਸ 'ਚ ਹਮੇਸ਼ਾ ਨਾਮ ਆਪਣਾ ਪੂਰਾ ਲਿਖਿਓ। ਸੋ ਇਹ ਸੀਗਾ ਮੇਰਾ ਓਵਰਵਿਊ ਫਾਰਮਲ ਲੈਟਰ ਦਾ। ਇੰਨਾ ਕੁ ਓਵਰਵਿਊ ਆਪਾਂ ਕਰਦੇ ਹਾਂ। ਫਿਰ ਅੱਗੇ ਮੈਂ ਤੁਹਾਨੂੰ ਇਹਦਾ ਹੋਰ ਵੀ ਦੱਸੂਗੀ ਕਿ ਜਿੱਦਾਂ ਕਿ ਗ੍ਰੀਟਿੰਗ ਲਾਈਨ ਤਾਂ ਫਿਕਸ ਹੈ, ਉਹ ਐਜ਼ ਇਟ ਇਜ਼ ਹੀ ਅਸੀਂ ਲਿਖਣੀ ਆ, ਉਹਦੇ ਵਿੱਚ ਆਪਾਂ ਕੋਈ ਚੇਂਜਸ ਨਹੀਂ ਕਰਨਾ, ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ। ਬੋਡੀ ਪੈਰਾਗ੍ਰਾਫ 1 ਸਕਿਪਿੰਗ ਇੰਟਰੋਡਕਟਰੀ, ਠੀਕ ਹੈ। ਲੈਟਸ ਕਮ ਟੂ ਬੋਡੀ ਪੈਰਾਗ੍ਰਾਫ 1 2 ਐਂਡ 3। ਇਹ ਆਲਵੇਜ਼ ਲਾਈਕ ਡਿਪੈਂਡ ਕਰਦਾ ਕਿ ਤੁਹਾਨੂੰ ਲੈਟਰ ਕਿੱਦਾਂ ਦੀ ਹੈ, ਤੇ ਉਹਦੇ ਅਕੋਰਡਿੰਗ ਹੀ ਤੁਸੀਂ ਇਹਦੇ ਕੰਟੈਂਟਸ ਲਿਖਣੇ ਆ, ਠੀਕ ਹੈ ਜੀ। ਕਲੋਜ਼ ਦ ਪੈਰਾਗ੍ਰਾਫ ਐਂਡ ਇੰਟਰੋਡਕਟਰੀ ਪੈਰਾ, ਇਹ ਦੋ ਇਦਾਂ ਦੀਆਂ ਚੀਜ਼ਾਂ ਆ ਜਿਨ੍ਹਾਂ ਨੂੰ ਤਾਂ ਤੁਸੀਂ ਮੋਲਡ ਕਰਕੇ ਅਕੋਰਡਿੰਗਲੀ ਵੀ ਲਿਖ ਸਕਦੇ ਆ। ਅਗਰ ਤੁਹਾਡੀ ਰਾਈਟਿੰਗ ਬਹੁਤ ਅੱਛੀ ਹੈ ਤਾਂ ਤੁਸੀਂ ਮੋਲਡ ਵੀ ਕਰ ਸਕਦੇ ਹੋ ਆਪਣੇ ਅਕੋਰਡਿੰਗ। ਅਗਰ ਤੁਹਾਨੂੰ ਲੱਗਦਾ ਹੈ ਕਿ ਨਹੀਂ ਤਾਂ ਮੈਂ ਤੁਹਾਨੂੰ ਇੱਕ ਅਗਲੇ ਸੈਸ਼ਨ ਦੇ ਵਿੱਚ ਇਹਦੇ ਕੰਟੈਂਟਸ ਦੱਸ ਸਕਦੀ ਹਾਂ ਕਿ ਤੁਸੀਂ ਇੰਟਰੋਡਕਟਰੀ ਪੈਰਾਗ੍ਰਾਫ ਦੇ ਵਿੱਚ ਕਿੱਦਾਂ ਇਹਨੂੰ ਸਟਾਰਟ ਕਰ ਸਕਦੇ ਹੋ ਆਲਵੇਜ਼। ਐਂਡ ਜਿਹੜੀ ਕਲੋਜ਼ਿੰਗ ਦਾ ਪੈਰਾਗ੍ਰਾਫ ਮੈਂ ਤੁਹਾਨੂੰ ਕੁਝ 4-5 ਲਾਈਨਸ ਦੱਸ ਦੂੰਗੀ ਜਿਹੜੀਆਂ ਤੁਸੀਂ ਆਲਵੇਜ਼ ਇਹਨੂੰ ਲਿਖ ਸਕਦੇ ਹੋ। ਅਗਰ ਤੁਹਾਡੀ ਇੰਗਲਿਸ਼ ਬਹੁਤੀ ਅੱਛੀ ਨਹੀਂ ਹੈ ਜਾਂ ਤੁਹਾਡਾ ਰਾਈਟਿੰਗ ਦੇ ਹੋਲਡ ਕਮਾਂਡ ਤੁਹਾਡੀ ਰਾਈਟਿੰਗ ਦੀ ਇੰਨੀ ਅੱਛੀ ਨਹੀਂ ਹੈ ਤਾਂ ਤੁਸੀਂ ਉਹਨਾਂ ਨੂੰ ਆਪਣਾ ਲਰਨ ਕਰ ਸਕਦੇ ਹੋ, ਠੀਕ ਹੈ। ਐਂਡ ਫਾਈਨਲੀ ਆਪਣਾ ਸਾਈਨ ਆਫ ਵੀ ਫਿਕਸ ਹੈ ਕਿ ਯੋਰ ਸਿੰਸੀਅਰਲੀ ਜੋ ਵੀ ਯੋਰ ਫੇਥਫੁਲੀ ਤਾਂ ਆਉਣਾ ਹੀ ਆਉਣਾ। ਸੋ ਕੁਝ ਪਾਰਟਸ ਇਹਦੇ ਵਿੱਚ ਹੈ ਜੋ ਫਿਕਸ ਹੈ, ਜਿਹਦੇ ਤੇ ਤੁਹਾਨੂੰ ਲਾਈਕ ਐਫਰਟਸ ਕਰਨ ਦੀ ਜ਼ਰੂਰਤ ਨਹੀਂ ਪਏਗੀ, ਠੀਕ ਹੈ। ਐਫਰਟਸ ਮੇਨ ਆਪਾਂ ਕਰਨੇ ਆ ਸਿਰਫ ਬੋਡੀ ਪੈਰਾਗ੍ਰਾਫ 1 2 ਐਂਡ 3 ਦੇ ਉੱਪਰ, ਠੀਕ ਹੈ, ਜਿਹੜਾ ਆਪਣਾ ਮੇਨ ਕੰਟੈਂਟ ਹੈ, ਰਾਈਟ। Let's come to the semi-formal letter now. Semi-formal letter again to some known person for some semi-professional reason or semi-official reason. ठीक है। ਹੁਣ again ਇਹਦੇ ਵਿੱਚ ਆਪਾਂ greeting line ਤੇ ਜੇ ਆਈਏ, ਇਹ greeting line ਥੋੜੀ ਜਿਹੀ ਵੇਰੀ ਕਰਦੀ ਹੈ formal letter ਤੋਂ। ਜਿੱਦਾਂ ਕਿ ਉਹਦੇ ਵਿੱਚ ਆਪਾਂ ਲਿਖਿਆ ਸੀ dear sir, madam, ਇੱਥੇ ਆਪਾਂ ਲਿਖਾਂਗੇ dear Mr, ਆਪਾਂ ਨਾਲ ਪਾ ਦਾਂਗੇ surname। ਜਿੱਦਾਂ ਕਿ ਹੁਣ ਮੇਰਾ ਨਾਮ ਹੈ ਰਸ਼ਮੀ ਅਰੋੜਾ, ਤਾਂ ਮੈਨੂੰ ਅਗਰ ਕੋਈ ਸੈਮੀ ਫਾਰਮਲ ਰੀਜ਼ਨ ਵਾਸਤੇ ਲੈਟਰ ਲਿਖ ਰਿਹਾ ਹੈ ਤਾਂ ਮੈਨੂੰ ਇਹ ਲਿਖ ਸਕਦਾ ਹੈ ਡੀਅਰ ਮਿਸਿਸ ਅਰੋੜਾ ਜਾਂ ਡੀਅਰ ਮਿਸਟਰ ਅਰੋੜਾ, ਠੀਕ ਹੈ। ਉਹ ਇਹਦਾ ਮਤਲਬ ਹੈ ਕਿ ਆਪਾਂ ਇੱਕ ਸਰਨੇਮ ਲਿਖ ਦਈਏ ਉਹਨੂੰ ਉਹਦੇ ਟਾਈਟਲ ਦੇ ਨਾਲ, ਠੀਕ ਹੈ। ਆਲਵੇਜ਼ ਯੂਜ਼ ਦਿਸ।
to your neighbors also, for your landlords also, right, and sometime for your colleagues also, right. आगे आ जाना इंट्रोडक्टरी पैराग्राफ, अगेन ਇਹ सेम होता ही है जिदा कि आप फॉर्मल लैटर ਦੇ ਵਿੱਚ ਲਿਖਣਾ ਹੈ, ओवरव्यू होना चाहिए ਤੁਹਾਡੇ ਲੈਟਰ ਦਾ ਜਿਦਾ ਕਿ ਸਬਜੈਕਟ ਦੇ ਤੌਰ ਤੇ ਆਪਾਂ ਕਹਿ ਸਕਦੇ ਹਾਂ, ठीक है। बॉडी पैराग्राफ 1 अगेन सेम, बुलेट पॉइंट 1 में एक्सप्लेन करना है, जिहदे च रीजन अगर होएगा तो रीजन लिखना है, ठीक है। बॉडी पैराग्राफ 2 च एक्सप्लेनेशन ऑफ बुलेट पॉइंट 3 सॉरी बुलेट पॉइंट 2 एंड बॉडी पैराग्राफ 3 दे विच एक्सप्लेनेशन ऑफ बुलेट पॉइंट 3 अगेन रीजन प्रॉब्लम एंड सॉल्यूशन अगर वो सेम फॉर्मेट दे विच दिता होएगा तां ऊपर, ठीक है। एंड क्लोजिंग द पैराग्राफ होपिंग विद द सॉल्यूशन, अगर कोई सॉल्यूशन है तां अगर किसी ने इनवाइट किया है तां होप कर सकते हो कि वो आए तुहाडे घर, ठीक है। अगर कोई प्रॉब्लम है तो कुछ भी उस अकॉर्डिंग तुसीं पैराग्राफ ਨੂੰ क्लोज कर सकते हो, सम अप कर सकते हो, ठीक है। एंड साइन ऑफ योर्स फेथफुली ਇਹਦੇ ਵਿੱਚ ਤੁਸੀਂ ਲਿਖ ਸਕਦੇ ਹੋ, कॉमा ਜ਼ਰੂਰ ਪਾਣਾ ਲਾਸਟ ਦੇ ਵਿੱਚ, ठीक है। एंड नेम अगेन योर फुल नेम शुड बी देयर, राइट। सो ਇਹ ਕਿਤੇ ਨਾ ਕਿਤੇ ਸੈਮੀ ਫਾਰਮਲ ਤੇ ਫਾਰਮਲ ਮਿਲਦੀ ਜੁਲਦੀ ਲੈਟਰ ਹੈ, ਇਹਦੇ ਵਿੱਚ ਸਿਰਫ ਡਿਫਰੈਂਸ ਆਉਂਦਾ ਹੈ ਤੇ ਗ੍ਰੀਟਿੰਗ ਲਾਈਨ ਦੇ ਵਿੱਚ ਆਉਂਦਾ ਹੈ, ਰੈਸਟ एवरीथिंग विल बी सेम, ठीक है जी। अगे आ जाओ जी अपने इनफॉर्मल लैटर दे, जिदा कि तुसी स्क्रीन के ऊपर देख रहे हो, लैटर टू सम नोन पर्सन फॉर सम प्रोफेशनल रीजन, ठीक है। ਇਹਦੇ ਵਿੱਚ ਆ ਕੇ ਹੁਣ ਥੋੜਾ ਜਿਹਾ ਚੇਂਜ ਆਉਂਦਾ ਆ, फॉर्मल तो सैमी फॉर्मल किते ना किते मैच कर रहे थे, नो डाउट स्ट्रक्चर ਇਹਦਾ भी सेम रहेगा, उदा ही तुसी ग्रीटिंग लाइन लिखनी है, उदा इंट्रोडक्टरी पैराग्राफ, दैन 3 पैराग्राफ्स, दैन क्लोज लाइन, लेकिन थोड़ा जिहा डिफरेंस हुण कित्थे आंदा आ, वो ये है कि जिहड़ी इहदी ग्रीटिंग लाइन है ਉਹਦੇ ਵਿੱਚ ਤੁਸੀਂ डेयर करके सीधा नाम लिख सकते हो अपने फ्रेंड का, अपने फैमिली मैंबर का, किसी का भी, जिदा कि फॉर एग्जांपल मेरी किसी फ्रेंड का नाम है जॉनस, जिन्होंने मैं अपना लैटर लिख रही है, तो तुसी इत्थे सिंपल लिख सकते हो डेयर जॉनस, बाद पा सकते हो तुसी कॉमा, मतलब तुसी ਇਹਦੇ ਵਿੱਚ डायरेक्ट नाम लिख सकते हो। इनफॉर्मल जी लैंग्वेज तुसी ਇਹਦੇ ਵਿੱਚ यूज कर सकते हो, जिदा कि फॉर्मल ते सैमी फॉर्मल ਦੇ ਵਿੱਚ ਆਪਾਂ प्रोफेशनल लैंग्वेज ही यूज करनी होंदी है, लेकिन ਇਹਦੇ ਵਿੱਚ तुसी इनफॉर्मल जी लैंग्वेज यूज कर सकते हो, ठीक है। अगेन इंट्रोडक्टरी पैराग्राफ ਇਹਦੇ ਵਿੱਚ ਵੀ ਤੁਸੀਂ ओवरव्यू ही लिखना है, लेकिन ਇਹਦਾ ਜਿਹੜਾ ओवरव्यू थोड़ा ਜਿਹਾ डिफरेंट आएगा, ਉਹ मैं ਤੁਹਾਨੂੰ एक्सप्लेन करूंगी ਜਦੋਂ मैं ਤੁਹਾਨੂੰ ਤਿੰਨੋਂ ਲੈਟਰਸ ਦਾ ਇੱਕ सैंपल प्रोवाइड करूंगी, ठीक है जी। नैक्सट आ जाता है अपना बॉडी पैराग्राफ 1, जिहदे अगेन मैं अपना बुलेट पॉइंट 1 एक्सप्लेन करूंगी, बुलेट पॉइंट 2 बॉडी पैराग्राफ एंड बुलेट पॉइंट 3 बॉडी पैराग्राफ 3 दे विच एक्सप्लेन करूंगी, ठीक है जी। अगेन क्लोज द पैराग्राफ, ਇਹਦੇ ਵਿੱਚ ਵੀ ਆਪਾਂ क्लोज द पैराग्राफ सेम होता ही करेंगे, कोई होप लैके या किसी भी तरीके का जितना भी साडा लैटर है उस अकॉर्डिंग ये चेंज हो जाता है, राइट। साइन ऑफ आ जाएगा ਇਹਦੇ ਵਿੱਚ ਹੁਣ योर सिंसियरली ਤੇ योर फेथफुली ਤਾਂ ਆਪਾਂ फ्रेंड्स ਤੇ फैमिली ਮੈਂਬਰਸ ਨੂੰ ਕਹਿ ਨਹੀਂ ਸਕਦੇ ਹਾਂ, ਸੋ ਆਪਾਂ ਇਹਦੇ ਵਿੱਚ ਇਹ ਲਿਖ ਸਕਦੇ ਹਾਂ ਵਿਦ ਰਿਗਾਰਡਸ ਔਰ ਵਾਰਮ ਵਿਸ਼ੇਸ, ਇਦਾਂ ਕਰਕੇ ਤੁਸੀਂ ਕੁਝ ਇਹਦੇ ਵਿੱਚ ਲਿਖ ਸਕਦੇ ਹੋ, ਰਾਈਟ। ਐਂਡ ਫਾਈਨਲੀ ਆਪਣਾ ਨੇਮ, ਹੁਣ ਇਹਦੇ ਵਿੱਚ ਜਿਹੜਾ ਨੇਮ ਹੈ ਉਹ ਤੁਸੀਂ ਸਿੰਗਲ ਨੇਮ ਵੀ ਲਿਖ ਸਕਦੇ ਹੋ, ਕੋਈ ਜ਼ਰੂਰੀ ਨਹੀਂ ਕਿ ਇਹਦੇ ਵਿੱਚ ਤੁਸੀਂ ਸਰ ਨੇਮ ਹੀ ਲਿਖਣਾ ਹੈ, ਇਹਦੇ ਸਿੱਧਾ ਹੁਣ ਜਿੱਦਾਂ ਮੈਂ ਅਗਰ ਕਿਸੇ ਆਪਣੇ ਫੈमिली ਮੈਂਬਰ ਜਾਂ ਫਰੈਂਡ ਨੂੰ ਲੈਟਰ ਲਿਖ ਰਹੀ ਹਾਂ ਤਾਂ ਮੈਂ ਡਾਇਰੈਕਟ ਲਿਖ ਦੂੰਗੀ ਰਸ਼ਮੀ ਕਰਕੇ, ਇਹਦੇ ਵਿੱਚ ਹੁਣ ਤੁਸੀਂ ਕੋਈ ਫਾਰਮੈਲਿਟੀ ਨਹੀਂ करनी कि मैं अरोड़ा भी ना लिखना है या अपना सरनेम ना लिखना है, ठीक है जी। सो ये सीगियां मेरियां 3 तरह दियां लैटर्स। हुण मैं उम्मीद करती हाँ कि तुहानूं अज दा अपना लैटर का बेसिक समझ लग गया होगा सारा कि लैटर किन्ने तरह दियां हुंदियां है, इहदे विच आपां की स्ट्रक्चर यूज करते हैं, 3 तरह के लैटर दे विच की डिफरेंस है, ये सारा। हुण अगली जो मेरा सैशन होएगा वो तीनों लैटर्स के उपर एक सैंपल का होएगा, प्लस इंट्रोडक्टरी लाइन्स के उपर होएगा कि इंट्रोडक्टरी लाइन्स किद्दां किद्दां तुसीं किस अकॉर्डिंग लिख सकते हो। जो मेरा अगला सैशन है वो ये उत्ते होएगा, तो मैं वो जल्दी ही लैके आऊँगी क्योंकि मेरी जी हुण अगली क्लासेस होणगियां, मे बी वो 1 या 2 दिन छड्ड के ही मैं उन्होंने दी वीडियोज़ अपलोड कर दिया करूँगी, क्योंकि ऑलरेडी वी हैव अ लॉन्ग गैप बिटवीन क्लास 3 एंड क्लास 4 ड्यू टू सम रीजन्स, लाइक एज आई टोल्ड यू आई वॉज लाइक बिजी इन द रियलिटी टेस्ट, इन द कंडक्शन ऑफ रियलिटी टेस्ट। सो मैं वो भी एक बहुत जल्दी वीडियो बनाऊँगी क्योंकि आप बहुत सक्सीड रहे हैं, वो भी बहुत अच्छा आउटपुट सानूं मिलिया। सो मिलते हैं जल्दी अपनी नैक्सट क्लास दे विच, क्लास 5 दे विच। तो उम्मीद करती हूँ मेरी क्लासेस पसंद आती होंगे, मेरे कंटेंट्स पसंद आते होंगे, तो प्लीज़ मेरी वीडियोज़ नू लाइक शेयर जरूर करा करो, सो दैट कि मैनू थोड़ा मोटिवेट होवां मैं भी थोड़ा, तो मैं होर अच्छे कंटेंट्स तुहाडे सारिਆਂ वास्ते लैके आवां। थैंक यू, बाय।